ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਹਿਤ ਸੰਸਾਰ ਦੇ ਵਿੱਚ। ਭਾਸ਼ਾ ਵਿਗਿਆਨ ਦੀ ਇਸ ਲੜੀ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਸਵਰਾਂ ਬਾਰੇ। ਦੋਸਤੋ, ਸਭ ਤੋਂ ਪਹਿਲਾਂ ਸਵਾਲ ਉੱਠਦਾ ਹੈ ਕਿ ਸਵਰ ਕੀ ਹਨ ਜਾਂ ਸਵਰ ਕਿਹੜੀਆਂ ਧੁਨੀਆਂ ਨੂੰ ਕਿਹਾ ਜਾਂਦਾ ਹੈ। ਸਵਰ ਉਹਨਾਂ ਧੁਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਡੇ ਫੇਫੜਿਆਂ ਵਿੱਚੋਂ ਬਾਹਰ ਨੂੰ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲ ਜਾਂਦੀ ਹੈ। ਦੋਸਤੋ, ਮੂੰਹ ਦੇ ਉਚਾਰਨੀ ਅੰਗਾਂ ਵਿੱਚ ਨਾ ਕੋਈ ਰੁਕਾਵਟ ਤੇ ਨਾ ਕੋਈ ਤੰਗੀ, ਰਗੜ ਜਾਂ ਸ਼ੋਹ ਪੈਦਾ ਹੁੰਦੀ ਹੈ। ਸਵਰ ਧੁਨੀਆਂ ਦੇ ਉਚਾਰਨ ਸਮੇਂ ਜੀਭ ਤੇ ਬੁੱਲ ਅਹਿਮ ਭੂਮਿਕਾ ਨਿਭਾਉਂਦੇ ਹਨ। ਦੋਸਤੋ, ਮਤਲਬ ਇਹ ਹੈ ਕਿ ਜਦੋਂ ਵੀ ਅਸੀਂ ਸਵਰ ਉਚਾਰਦੇ ਹਾਂ ਤਾਂ ਸਾਡੇ ਫੇਫੜਿਆਂ ਵਿੱਚੋਂ ਜੋ ਹਵਾ ਬਾਹਰ ਨੂੰ ਆਉਂਦੀ ਹੈ ਉਸ ਨੂੰ ਕੋਈ ਵੀ ਰੁਕਾਵਟ ਪੈਦਾ ਨਹੀਂ ਹੁੰਦੀ। ਇਸ ਤਰ੍ਹਾਂ ਸਵਰ ਧੁਨੀਆਂ ਉਚਰਿਤ ਹੁੰਦੀਆਂ ਹਨ। ਦੋਸਤੋ, ਅਗਲਾ ਮਸਲਾ ਹੈ ਕਿ ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ ਹਨ। ਇਸ ਦਾ ਉੱਤਰ ਹੈ 10। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ, ਜਿਵੇਂ ਆੜਾ ਮੁਕਤਾ, ਆੜੇ ਕੰਨਾ, ਈੜੀ ਨੂੰ ਸਿਹਾਰੀ, ਈੜੀ ਨੂੰ ਬਿਹਾਰੀ, ਊੜੇ ਔਂਕੜ, ਊੜੇ ਦੁਲੈਂਕੜ, ਈੜੀ ਲਾਵਾਂ, ਆੜੇ ਦੁਲਾਵਾਂ, ਊੜੇ ਹੋੜਾ ਅਤੇ ਆੜੇ ਨੂੰ ਘਨੌੜਾ। ਇਹਨਾਂ ਦਾ ਉਚਾਰਨ ਇਸ ਪ੍ਰਕਾਰ ਹੈ, ਜਿਵੇਂ ਅ, ਆ, ਈ, ਈ, ਉ, ਊ, ਏ, ਐ, ਔ ਅਤੇ ਔ। ਦੋਸਤੋ, ਊੜਾ, ਆੜਾ, ਈੜੀ ਸਵਰ ਵਾਹਕ ਹਨ। ਕਈ ਵਾਰ ਅਸੀਂ ਦੇਖਦੇ ਹਾਂ ਕਿ ਊੜਾ, ਆੜਾ, ਈੜੀ ਨੂੰ ਬਹੁਤੀ ਵਾਰੀ ਕਹਿ ਦਿੱਤਾ ਜਾਂਦਾ ਹੈ ਕਿ ਇਹ ਸਵਰ ਹਨ। ਦੋਸਤੋ, ਅਸਲ ਵਿੱਚ ਊੜਾ, ਆੜਾ, ਈੜੀ ਸਵਰ ਵਾਹਕ ਹਨ। ਭਾਵ ਇਹ ਹੈ ਕਿ ਜੋ ਅਸੀਂ ਸਵਰ ਉਚਾਰਦੇ ਹਾਂ ਉਹ ਊੜਾ, ਆੜਾ ਊੜਾ, ਆੜਾ, ਈੜੀ ਇਹਨਾਂ ਦੀ ਸਹਾਇਤਾ ਨਾਲ ਉਚਾਰੇ ਜਾਂਦੇ ਹਨ। ਇਹ ਉਹਨਾਂ ਦਾ ਵਾਹਕ ਵਜੋਂ ਕਾਰਜ ਕਰਦੇ ਹਨ। ਇਸ ਲਈ ਇਹ ਨੋਟ ਕਰ ਲਿਆ ਜਾਵੇ, ਊੜਾ, ਆੜਾ, ਈੜੀ ਸਵਰ ਨਹੀਂ ਬਲਕਿ ਸਵਰ ਵਾਹਕ ਹਨ। ਦੋਸਤੋ, ਇਸ ਤੋਂ ਅਗਲੇ ਅਸੀਂ ਦੇਖਦੇ ਹਾਂ ਕਿ ਪੰਜਾਬੀ ਦੇ ਸਾਰੇ ਸਵਰ ਨਾਦੀ ਹਨ ਅਤੇ ਹਰੇਕ ਦਾ ਨਾਸਕੀ ਰੂਪ ਵੀ ਮਿਲਦਾ ਹੈ। ਭਾਵ ਇਹ ਸਵਰ ਦਸੇ ਦੇ ਦਸੇ ਵੌਇਸਡ ਹਨ ਅਤੇ ਇਹਨਾਂ ਦਾ ਨਾਸਕੀ ਰੂਪ ਵੀ ਸਾਨੂੰ ਪ੍ਰਾਪਤ ਹੁੰਦਾ ਹੈ। ਹਰੇਕ ਉੱਤੇ ਸੁਰ ਵੀ ਆ ਸਕਦੀ ਹੈ। ਦੋਸਤੋ, ਅਗਲਾ ਸਵਾਲ ਪੈਦਾ ਹੁੰਦਾ ਹੈ ਕਿ ਸਵਰਾਂ ਦਾ ਵਰਗੀਕਰਨ ਕਿੰਨਾਂ ਆਧਾਰਾਂ ਤੇ ਕੀਤਾ ਜਾਂਦਾ ਹੈ। ਸਵਰ ਧੁਨੀਆਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਨੂੰ ਕੋਈ ਰੁਕਾਵਟ ਤਾਂ ਨਹੀਂ ਪੈਂਦੀ, ਪਰ ਉਚਾਰਨ ਅੰਗਾਂ ਵਿੱਚ ਹਰਕਤ ਜ਼ਰੂਰ ਪੈਦਾ ਹੁੰਦੀ ਹੈ। ਸਵਰਾਂ ਦੇ ਉਚਾਰਨ ਸਮੇਂ ਜੀਭ ਤੇ ਬੁੱਲ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਸਵਰ ਧੁਨੀਆਂ ਦਾ ਵਰਗੀਕਰਨ ਜੀਭ ਅਤੇ ਬੁੱਲਾਂ ਦੇ ਆਧਾਰ ਤੇ ਕੀਤਾ ਜਾਂਦਾ ਹੈ। ਦੋਸਤੋ, ਜੀਭ ਦੇ ਆਧਾਰ ਤੇ ਉਸ ਦੀ ਸਥਿਤੀ ਦੇ ਆਧਾਰ ਤੇ ਅਸੀਂ ਸਵਰਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ। ਦੋਸਤੋ, ਜੀਭ ਦੀ ਸਥਿਤੀ ਸਵਰ ਧੁਨੀਆਂ ਦੇ ਉਚਾਰਨ ਸਮੇਂ ਜੀਭ ਕਈ ਸਥਿਤੀਆਂ ਗ੍ਰਹਿਣ ਕਰਦੀ ਹੈ। ਕਦੇ ਉੱਪਰ ਉੱਠਦੀ ਹੈ, ਕਦੇ ਹੇਠਾਂ ਆਉਂਦੀ ਹੈ ਅਤੇ ਕਦੇ ਇਸ ਦਾ ਅਗਲਾ ਤੇ ਕਦੇ ਪਿਛਲਾ ਹਿੱਸਾ ਹਰਕਤ ਵਿੱਚ ਆਉਂਦਾ ਹੈ। ਜਿਨ੍ਹਾਂ ਸਵਰ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ ਅਤੇ ਜੋ ਧੁਨੀਆਂ ਮੂੰਹ ਪੋਲ ਦੇ ਅਗਲੇ ਹਿੱਸੇ ਵਿੱਚੋਂ ਉਚਾਰੀਆਂ ਜਾਂਦੀਆਂ ਹਨ ਉਹਨਾਂ ਨੂੰ ਅਗਲੇ ਸਵਰ ਕਿਹਾ ਜਾਂਦਾ ਹੈ, ਜਿਵੇਂ ਈ, ਏ, ਐ। ਇਸ ਤੋਂ ਬਾਅਦ ਜਿਹੜੀਆਂ ਸਵਰ ਧੁਨੀਆਂ ਮੂੰਹ ਪੋਲ ਦੇ ਵਿਚਕਾਰਲੇ ਹਿੱਸੇ ਵਿੱਚੋਂ ਉਚਾਰੀਆਂ ਜਾਂਦੀਆਂ ਹਨ ਉਹਨਾਂ ਨੂੰ ਵਿਚਲੇ ਸਵਰ ਕਿਹਾ ਜਾਂਦਾ ਹੈ ਜਾਂ ਇਹਨਾਂ ਨੂੰ ਵਿਚਕਾਰਲੇ ਸਵਰ ਵੀ ਆਖ ਲਿਆ ਜਾਂਦਾ ਹੈ। ਇਸ ਵਿੱਚ ਅ, ਓ, ਅ ਅਤੇ ਆ ਵਰਗੇ ਸਵਰ ਆਉਂਦੇ ਹਨ। ਇਸੇ ਤਰ੍ਹਾਂ ਸਵਰ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਭਾਗ ਜਦੋਂ ਕਾਰਜਸ਼ੀਲ ਹੁੰਦਾ ਹੈ ਤਾਂ ਉਹਨਾਂ ਨੂੰ ਪਿਛਲੇ ਸਵਰ ਕਿਹਾ ਜਾਂਦਾ ਹੈ, ਜਿਵੇਂ ਊ, ਔ ਅਤੇ ਔ। ਦੋਸਤੋ, ਜਿਨ੍ਹਾਂ ਸਵਰ ਧੁਨੀਆਂ ਦੇ ਉਚਾਰਨ ਵੇਲੇ ਜੀਭ ਉੱਪਰ ਉੱਠ ਕੇ ਬਿਲਕੁਲ ਤਾਲੂ ਦੇ ਨੇੜੇ ਚਲੀ ਜਾਂਦੀ ਹੈ ਉਹਨਾਂ ਨੂੰ ਉੱਚੇ ਸਵਰ ਕਿਹਾ ਜਾਂਦਾ ਹੈ, ਜਿਵੇਂ ਈ ਅਤੇ ਊ। ਇਹਨਾਂ ਨੂੰ ਬੰਦ ਸਵਰ ਜਾਂ ਕਲੋਜ਼ਡ ਸਵਰ ਵੀ ਕਹਿ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸਵਰਾਂ ਦੇ ਉਚਾਰਨ ਸਮੇਂ ਜੀਭ ਜਦੋਂ ਸਧਾਰਨ ਅਵਸਥਾ ਵਿੱਚ ਹੁੰਦੀ ਹੈ ਤਾਂ ਇਹਨਾਂ ਨੂੰ ਨੀਵੇਂ ਸਵਰ, ਖੁੱਲੇ ਸਵਰ ਜਾਂ ਓਪਨ ਸਵਰ ਵੀ ਕਹਿ ਲਿਆ ਜਾਂਦਾ ਹੈ, ਜਿਵੇਂ ਐ, ਆ ਅਤੇ ਔ। ਦੋਸਤੋ, ਇਸੇ ਤਰ੍ਹਾਂ ਜੀਭ ਦੀ ਉੱਚੀ ਅਤੇ ਨੀਵੀਂ ਸਥਿਤੀ ਦੇ ਵਿਚਕਾਰਲੀ ਅਵਸਥਾ ਵਿੱਚੋਂ ਪੈਦਾ ਹੋਈਆਂ ਧੁਨੀਆਂ ਨੂੰ ਅੱਧ ਉੱਚੇ ਅਤੇ ਅੱਧ ਨੀਵੇਂ ਸਵਰ ਕਹਿ ਲਿਆ ਜਾਂਦਾ ਹੈ। ਅੱਧ ਉੱਚੇ ਸਵਰਾਂ ਵਿੱਚ ਈ ਅਤੇ ਓ, ਈੜੀ ਨੂੰ ਸਿਹਾਰੀ, ਊੜੇ ਔਂਕੜ, ਇਹਨਾਂ ਨੂੰ ਅੱਧ ਬੰਦ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਅੱਧ ਨੀਵੇਂ ਵਿੱਚ ਈੜੀ ਨੂੰ ਲਾਵਾਂ, ਆੜਾ ਮੁਕਤਾ ਅਤੇ ਊੜੇ ਨੂੰ ਹੋੜਾ, ਇਹਨਾਂ ਨੂੰ ਅੱਧ ਖੁੱਲੇ ਸਵਰ ਵੀ ਕਹਿ ਲਿਆ ਜਾਂਦਾ ਹੈ। ਦੋਸਤੋ, ਇਹਨਾਂ ਦੀ ਸਥਿਤੀ ਕਿਵੇਂ ਅਤੇ ਕਿਉਂ ਬਣਦੀ ਹੈ ਇਸ ਬਾਰੇ ਅਸੀਂ ਥੋੜਾ ਵਿਸਤਾਰ ਬਾਰੇ ਚਰਚਾ ਕਰਦੇ ਹਾਂ। ਜਦੋਂ ਜੀਭ ਉੱਚੀ ਸਥਿਤੀ ਵਿੱਚ ਹੁੰਦੀ ਹੈ ਤਾਂ ਮੂੰਹ ਪੋਲ ਦਾਰਾ ਸੌੜਾ ਹੋ ਜਾਂਦਾ ਹੈ। ਇਸ ਲਈ ਉੱਚੇ ਸਵਰਾਂ ਨੂੰ
ਬੰਦ ਸਵਰ ਵੀ ਕਹਿ ਲਿਆ ਜਾਂਦਾ ਹੈ। ਇਸ ਦੇ ਉਲਟ ਜੀਭ ਜਦੋਂ ਹੇਠਲੇ ਪਾਸੇ ਵੱਲ ਦਬੀ ਹੁੰਦੀ ਹੈ ਤਾਂ ਨੀਵੇਂ ਸਵਰਾਂ ਨੂੰ ਖੁੱਲੇ ਸਵਰ ਕਹਿ ਕੇ ਬੁਲਾਇਆ ਜਾਂਦਾ ਹੈ। ਇਹਨਾਂ ਸਥਿਤੀਆਂ ਦੇ ਵਿਚਕਾਰ ਅੱਧ ਉੱਚੇ ਸਵਰਾਂ ਨੂੰ ਅੱਧ ਬੰਦ ਅਤੇ ਅੱਧ ਨੀਵੇਂ ਸਵਰਾਂ ਨੂੰ ਅੱਧ ਖੁੱਲੇ ਸਵਰ ਵੀ ਕਹਿ ਲਿਆ ਜਾਂਦਾ ਹੈ। ਦੋਸਤੋ, ਅਗਲਾ ਹੈ ਕਿ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਅਸੀਂ ਸਵਰਾਂ ਦਾ ਵਰਗੀਕਰਨ ਕਿਵੇਂ ਕਰਦੇ ਹਾਂ। ਦੋਸਤੋ, ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਸਵਰ ਧੁਨੀਆਂ ਦੇ ਦੋ ਵਰਗ ਬਣਾਏ ਗਏ ਹਨ। ਜਿਨ੍ਹਾਂ ਸਵਰਾਂ ਦੇ ਉਚਾਰਨ ਸਮੇਂ ਦੋਵੇਂ ਬੁੱਲ ਮਿਲ ਕੇ ਇੱਕ ਗੋਲ ਚੱਕਰ ਜਿਹਾ ਬਣਾਉਂਦੇ ਹਨ ਉਹਨਾਂ ਨੂੰ ਗੋਲ ਸਵਰ, ਅਤੇ ਜਿਨ੍ਹਾਂ ਸਵਰਾਂ ਦੇ ਉਚਾਰਨ ਸਮੇਂ ਬੁੱਲ ਗੋਲ ਸਥਿਤੀ ਵਿੱਚ ਨਹੀਂ ਹੁੰਦੇ ਉਹਨਾਂ ਨੂੰ ਅਗੋਲ ਸਵਰ ਕਹਿ ਲਿਆ ਜਾਂਦਾ ਹੈ। ਦੋਸਤੋ, ਗੋਲ ਸਵਰਾਂ ਵਿੱਚ 4 ਸਵਰ ਆਉਂਦੇ ਹਨ: ਊੜੇ ਔਂਕੜ, ਊੜੇ ਨੂੰ ਦੁਲੈਂਕੜ, ਊੜੇ ਹੋੜਾ ਅਤੇ ਆੜੇ ਨੂੰ ਘਨੌੜਾ। ਅਤੇ ਇਸੇ ਤਰ੍ਹਾਂ ਅਗੋਲ ਸਵਰਾਂ ਵਿੱਚ 6: ਈੜੀ ਨੂੰ ਬਿਹਾਰੀ, ਈੜੀ ਲਾਵਾਂ, ਈੜੀ ਸਿਹਾਰੀ, ਆੜੇ ਨੂੰ ਦੁਲਾਵਾਂ, ਆੜੇ ਕੰਨਾ ਅਤੇ ਆੜਾ ਮੁਕਤਾ। ਦੋਸਤੋ, ਹੁਣ ਸਵਾਲ ਉੱਠਦਾ ਹੈ ਕਿ ਮਾਤਰਾ ਕੀ ਹੈ। ਮਾਤਰਾ ਕਿਸੇ ਸਵਰ ਧੁਨੀ ਨੂੰ ਉਚਾਰਨ ਵਿੱਚ ਲੱਗਦੇ ਸਮੇਂ ਨੂੰ ਮਾਤਰਾ ਕਿਹਾ ਜਾਂਦਾ ਹੈ। ਇਸ ਆਧਾਰ ਤੇ ਸਵਰਾਂ ਨੂੰ ਦੋ ਮੁੱਖ ਵਰਗਾਂ ਵਿੱਚ ਵੰਡ ਲਿਆ ਜਾਂਦਾ ਹੈ। ਘੱਟ ਸਮੇਂ ਵਿੱਚ ਉਚਾਰੇ ਜਾਣ ਵਾਲੇ ਸਵਰਾਂ ਨੂੰ ਲਘੂ ਸਵਰ ਤੇ ਵੱਧ ਸਮੇਂ ਵਿੱਚ ਉਚਾਰੇ ਜਾਣ ਵਾਲੇ ਸਵਰਾਂ ਨੂੰ ਦੀਰਘ ਸਵਰ ਆਖਿਆ ਜਾਂਦਾ ਹੈ। ਲਘੂ ਸਵਰਾਂ ਨੂੰ ਸ਼ਾਰਟ ਸਵਰ ਵੀ ਕਿਹਾ ਜਾਂਦਾ ਹੈ। ਇਸ ਵਿੱਚ 3 ਸਵਰ ਆਉਂਦੇ ਹਨ: ਈੜੀ ਸਿਹਾਰੀ, ਊੜੇ ਔਂਕੜ ਅਤੇ ਆੜਾ ਮੁਕਤਾ। ਦੋਸਤੋ, ਦੀਰਘ ਸਵਰਾਂ ਨੂੰ ਲੌਂਗ ਸਵਰ ਵੀ ਕਿਹਾ ਲਿਆ ਜਾਂਦਾ ਹੈ। ਇਹਨਾਂ ਵਿੱਚ 7 ਸਵਰ ਆਉਂਦੇ ਹਨ, ਜਿਵੇਂ ਈੜੀ ਨੂੰ ਬਿਹਾਰੀ, ਈੜੀ ਲਾਵਾਂ, ਆੜੇ ਨੂੰ ਦੁਲਾਵਾਂ, ਆੜੇ ਕੰਨਾ, ਆੜੇ ਨੂੰ ਘਨੌੜਾ, ਊੜੇ ਹੋੜਾ ਅਤੇ ਊੜੇ ਨੂੰ ਦੁਲੈਂਕੜ। ਦੋਸਤੋ, ਇਸ ਤੋਂ ਬਾਅਦ ਅਸੀਂ ਚਰਚਾ ਕਰਦੇ ਹਾਂ ਕਿ ਪੰਜਾਬੀ ਸਵਰਾਂ ਦੀ ਵਰਤੋਂ ਵਿਉਂਤ ਕਿਵੇਂ ਹੁੰਦੀ ਹੈ। ਦੋਸਤੋ, ਪੰਜਾਬੀ ਦੇ 7 ਸਵਰ ਊੜੇ ਨੂੰ ਦੁਲੈਂਕੜ, ਊੜੇ ਹੋੜਾ, ਆੜੇ ਕੰਨਾ, ਆੜੇ ਨੂੰ ਘਨੌੜਾ, ਆੜੇ ਨੂੰ ਦੁਲਾਵਾਂ, ਈੜੀ ਬਿਹਾਰੀ ਅਤੇ ਈੜੀ ਨੂੰ ਲਾਵਾਂ, ਇਹ ਸ਼ਬਦ ਦੀਆਂ ਤਿੰਨਾਂ ਹੀ ਸਥਿਤੀਆਂ ਵਿੱਚ ਵਿਚਰਦੇ ਹਨ। ਦੋਸਤੋ, ਇਹ 7 ਸਵਰ ਕਿਸੇ ਸ਼ਬਦ ਦੀਆਂ ਤਿੰਨਾਂ ਹੀ ਸਥਿਤੀਆਂ ਵਿੱਚ ਆ ਸਕਦੇ ਹਨ। ਭਾਵ ਇਹ ਸ਼ਬਦ ਦੇ ਪਹਿਲਾਂ, ਸ਼ਬਦ ਦੇ ਵਿਚਕਾਰ ਅਤੇ ਸ਼ਬਦ ਦੇ ਅੰਤ ਵਿੱਚ ਆ ਸਕਦੇ ਹਨ। ਉਦਾਹਰਨ ਵਜੋਂ ਪਹਿਲਾ ਸਵਰ ਊ, ਊਸ਼ਾ, ਧੂੜ ਅਤੇ ਜਾਦੂ, ਓ, ਓਕੇ, ਡੋਰ ਅਤੇ ਘਿਓ, ਆ, ਆਕੜ, ਥਾਲੀ, ਮਾਲਾ, ਔ, ਔਖ, ਦੌੜ, ਜਲੌ, ਐ, ਐਬ, ਪੈਰ, ਸਵੈ, ਈ, ਈਸਾ, ਸੀਰ, ਸਾਥੀ, ਏ, ਇੰਨਾ, ਸੇਕ, ਮੁਰਦੇ। ਦੋਸਤੋ, ਇਸ ਤੋਂ ਬਾਅਦ ਪੰਜਾਬੀ ਦੇ 3 ਸਵਰ ਊੜੇ ਔਂਕੜ, ਆੜਾ ਮੁਕਤਾ ਅਤੇ ਈੜੀ ਨੂੰ ਸਿਹਾਰੀ ਸ਼ੁਰੂ ਅਤੇ ਵਿਚਕਾਰ ਵਿੱਚ ਆਉਂਦੇ ਹਨ, ਅੰਤ ਵਿੱਚ ਨਹੀਂ। ਮਤਲਬ ਇਹ ਹੈ ਦੋਸਤੋ ਕਿ ਪੰਜਾਬੀ ਦੇ ਇਹ 3 ਸਵਰ ਸ਼ਬਦ ਦੀਆਂ ਸਿਰਫ 2 ਹੀ ਸਥਿਤੀਆਂ ਵਿੱਚ ਵਿਚਰਦੇ ਹਨ, ਜਾਂ ਤਾਂ ਸ਼ੁਰੂ ਵਿੱਚ ਜਾਂ ਵਿਚਕਾਰ। ਇਹ ਸ਼ਬਦ ਅੰਤ ਤੇ ਕਦੇ ਨਹੀਂ ਆਉਂਦੇ। ਇਸ ਪ੍ਰਸ਼ਨ ਨੂੰ ਜ਼ਰੂਰ ਨੋਟ ਕਰ ਲਿਆ ਜਾਵੇ। ਜਿਵੇਂ ਊੜੇ ਔਂਕੜ ਦਾ ਉਸ ਸਵਰ, ਆੜਾ ਮੁਕਤਾ ਅਸਰ, ਕਸਰ ਅਤੇ ਈੜੀ ਨੂੰ ਸਿਹਾਰੀ ਇਸ਼ਟ ਤੇ ਹਰਿਆ। ਦੋਸਤੋ, ਕਈ ਵਾਰ ਅਸੀਂ ਲਿਖੇ ਹੋਏ ਸ਼ਬਦ ਦੇਖਦੇ ਹਾਂ, ਜਿਵੇਂ ਬਜਾਏ, ਬੱਬਾ, ਜੱਜੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਪਰ ਇਸ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਹ ਈੜੀ ਨੂੰ ਸਿਹਾਰੀ ਹੈ। ਅਸਲ ਵਿੱਚ ਇਹ ਲਿਖਦੇ ਅਸੀਂ ਬਜਾਏ ਹਾਂ, ਪਰ ਇਸ ਨੂੰ ਬੋਲਦੇ ਅਸੀਂ ਬੱਬਾ, ਜੱਜੇ ਨੂੰ ਕੰਨਾ, ਈੜੀ ਲਾਵਾਂ ਹਾਂ, ਬਜਾਏ। ਇਸੇ ਤਰ੍ਹਾਂ ਬਚਾ ਅਸੀਂ ਲਿਖਦੇ ਹਾਂ ਬੱਬਾ, ਚੱਚਾ, ਚੱਚੇ ਕੰਨਾ, ਆੜਾ, ਬਚਾ, ਪਰ ਇਸ ਨੂੰ ਬੋਲਦੇ ਬੱਬਾ, ਚੱਚੇ ਕੰਨਾ, ਆੜੇ ਕੰਨਾ, ਬਚਾ। ਇਸੇ ਤਰ੍ਹਾਂ ਜੇਕਰ ਅਸੀਂ ਉਦਾਹਰਨ ਲਈਏ ਪਿਓ ਦੀ, ਤਾਂ ਲਿਖਦੇ ਅਸੀਂ ਪੱਪੇ ਨੂੰ ਸਿਹਾਰੀ, ਊੜੇ ਨੂੰ ਔਂਕੜ ਹਾਂ, ਪਰ ਬੋਲਦੇ ਅਸੀਂ ਪੱਪੇ ਨੂੰ ਸਿਹਾਰੀ, ਊੜੇ ਨੂੰ ਹੋੜਾ, ਪਿਓ ਹਾਂ। ਦੋਸਤੋ, ਇਸ ਗੱਲ ਨੂੰ ਜ਼ਰੂਰ ਨੋਟ ਕਰ ਲਿਆ ਜਾਵੇ ਕਿ ਪੰਜਾਬੀ ਦੇ 7 ਸਵਰ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿੱਚ ਵਿਚਰ ਸਕਦੇ ਹਨ, ਅਤੇ ਪੰਜਾਬੀ ਦੇ 3 ਸਵਰ ਸਿਰਫ 2 ਸਥਿਤੀਆਂ ਸ਼ੁਰੂ ਅਤੇ ਵਿਚਕਾਰ ਹੀ ਵਿਚਰਦੇ ਹਨ, ਅੰਤ ਤੇ ਇਹ ਨਹੀਂ ਵਿਚਰਦੇ। ਇਸੇ ਤਰ੍ਹਾਂ ਦੋਸਤੋ, ਪੰਜਾਬੀ ਦੇ 10 ਸਵਰਾਂ ਦਾ ਨਾਸਕੀ ਸਰੂਪ ਵੀ ਮਿਲਦਾ ਹੈ। ਇਹ ਵੀ ਕਈ ਵਾਰ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਕਿ ਪੰਜਾਬੀ ਸਵਰਾਂ ਦਾ ਨਾਸਕੀ ਸਰੂਪ ਕਿੰਨਾ ਸਵਰਾਂ ਦਾ ਮਿਲਦਾ ਹੈ, ਤਾਂ ਇਸ ਦਾ ਉੱਤਰ ਆਵੇਗਾ ਸਾਰੇ ਦੇ ਸਾਰੇ 10 ਸਵਰਾਂ ਦਾ ਨਾਸਕੀ ਸਰੂਪ ਵੀ ਸਾਨੂੰ ਮਿਲਦਾ ਹੈ, ਜਿਸ ਨੂੰ ਅਸੀਂ ਇੱਥੋਂ ਨੋਟ ਕਰ ਸਕਦੇ ਹਾਂ। ਇਸੇ ਤਰ੍ਹਾਂ ਪੰਜਾਬੀ ਸਵਰ ਸੰਜੋਗ। ਦੋਸਤੋ, ਹੁਣ ਸਵਾਲ ਉੱਠਦਾ ਹੈ ਕਿ ਸਵਰ ਸੰਜੋਗ ਕੀ ਹੈ। ਹੁਣ ਤੱਕ ਅਸੀਂ ਪੰਜਾਬੀ ਸਵਰ ਧੁਨੀਆਂ ਦੀ ਇਕਹਿਰੀ ਵਰਤੋਂ ਵੇਖੀ ਹੈ, ਭਾਵ ਹਰ ਸ਼ਬਦ ਵਿੱਚ ਸਵਰ, ਵਿਅੰਜਨ ਜਾਂ ਵਿਅੰਜਨ ਸਵਰ ਤਰਤੀਬਵਾਰ ਆਏ ਹਨ, ਪਰ ਪੰਜਾਬੀ ਸ਼ਬਦਾਂ ਵਿੱਚ 2, 3 ਤੇ 4 ਸਵਰ ਜੁੜਵੇਂ ਰੂਪ ਵਿੱਚ ਵੀ ਵਿਚਰ ਸਕਦੇ ਹਨ। ਸਵਰਾਂ ਦੀ ਅਜਿਹੀ ਜੁੜਵੀਂ ਵਰਤੋਂ ਨੂੰ ਸਵਰ ਸੰਜੋਗ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਸਵਰ ਸੰਜੋਗ ਇੱਕ ਉਚਾਰਖੰਡ ਤੇ ਵੀ ਹੁੰਦਾ ਹੈ, ਅਤੇ ਕਈ ਵਾਰ ਇਹ ਸਵਰ ਸੰਜੋਗ ਵਿਭਿੰਨ ਪਰ ਜੁੜਵੇਂ ਉਚਾਰਖੰਡਾਂ ਤੇ ਵੀ ਆ ਸਕਦਾ ਹੈ। ਦੋਸਤੋ, ਉਦਾਹਰਨ ਦੇਖਦੇ ਹਾਂ, ਜਿਵੇਂ ਦੂਰੇ ਸਵਰ ਦੀਰਘ
प्लस दीर्घ अ प्लस ई माई म प्लस अ प्लस ई माई। तीरे स्वरां विच ओ आ ई आ रुआइयां र ओ आ ई आ। इसे तरह दोस्तों जेकर ਅਸੀਂ ਦੋਸੰਧੀ ਸਵਰਾਂ ਦੀ ਗੱਲ ਕਰੀਏ ਤਾਂ ਦੋਸੰਧੀ ਸਵਰ ਅਜਿਹੇ ਇਕੱਠੇ ਆਉਣ ਵਾਲੇ ਦੋ ਸਵਰਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਉਚਾਰਨ ਇੱਕੋ ਸਵਰ ਵਰਗਾ ਜਾਪਦਾ ਹੈ, ਅਰਥਾਤ ਇਹਨਾਂ ਦੀ ਆਪਸ ਵਿੱਚ ਸੰਧੀ ਹੋ ਜਾਂਦੀ ਹੈ। ਇਵੇਂ ਹੀ ਤਿੰਨ ਸਵਰਾਂ ਦੀ ਸੰਧੀ ਨੂੰ ਤ੍ਰੈ ਸੰਬੰਧੀ ਸਵਰ ਵੀ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਲਗਭਗ ਸਿਰਫ ਦੋ ਸੰਧੀ ਸਵਰ ਹੀ ਉਚਾਰੇ ਜਾਂਦੇ ਹਨ, ਜਿਵੇਂ ਅਈ ਅ ਪਲਸ ਈ ਗਈ ਦੇ ਵਿੱਚ, ਇਸੇ ਤਰ੍ਹਾਂ ਆਏ ਦੇ ਵਿੱਚ, ਇਸੇ ਤਰ੍ਹਾਂ ਗਏ ਦੇ ਵਿੱਚ ਗ ਪਲਸ ਏ ਗਏ, ਗ ਪਲਸ ਅ ਪਲਸ ਏ। ਇਸ ਤਰ੍ਹਾਂ ਇਹ ਦੋ ਸੰਧੀ ਸਵਰ ਬਣੇ ਹਨ। ਦੋਸਤੋ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੰਜਾਬੀ ਵਿੱਚ ਦੋ ਅਰਧ ਸਵਰ ਜਾਂ ਅਰਧ ਵਿਅੰਜਨ ਹਨ। ਉਹ ਹਨ ਯਈਆ ਤੇ ਵਾਵਾ। ਇਹਨਾਂ ਨੂੰ ਅਰਧ ਸਵਰ ਜਾਂ ਅਰਧ ਵਿਅੰਜਨ ਵੀ ਆਖ ਲਿਆ ਜਾਂਦਾ ਹੈ, ਕਿਉਂਕਿ ਦੋਸਤੋ ਇਹਨਾਂ ਦੀ ਜੋ ਸਥਿਤੀ ਹੈ ਉਹ ਸਰਕਵੀਂ ਹੈ। ਕਈ ਵਾਰ ਇਹ ਵਿਅੰਜਨ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਕਈ ਵਾਰ ਸਵਰ ਦੇ ਵਿੱਚ। ਦੋਸਤੋ ਆਓ ਇਸ ਬਾਰੇ ਜਾਣਦੇ ਹਾਂ। ਮਿਸਾਲ ਵਜੋਂ ਜਦੋਂ ਯੋਧਾ ਯੋਗੀ ਤੇ ਯੁੱਗ ਦਾ ਪੰਜਾਬੀ ਰੂਪ ਯੋਧਾ ਯੋਗੀ ਅਤੇ ਯੁੱਗ, ਇਹ ਇੱਥੇ ਯਈਆ ਪੂਰੇ ਜੱਜਾ ਵਿਅੰਜਨ ਵਿੱਚ ਬਦਲ ਗਿਆ ਹੈ। ਇਸ ਦੇ ਉਲਟ ਸੰਸਕ੍ਰਿਤ ਸ਼ਬਦ ਗਿਆਨੀ ਸੰਨਿਆਸੀ ਤੇ ਫਾਰਸੀ ਸ਼ਬਦ ਸਿਆਹੀ ਦਾ ਪੰਜਾਬੀ ਰੂਪ ਗਿਆਨੀ ਸੰਨਿਆਸੀ ਤੇ ਸਿਆਹੀ ਬਣ ਗਿਆ ਹੈ, ਅਰਥਾਤ ਇੱਥੇ ਯਈਆ ਸਵਰ ਵਿੱਚ ਬਦਲ ਗਿਆ ਹੈ। ਇਸੇ ਤਰ੍ਹਾਂ ਵਰਸ਼ਾ ਵਿਆਸ ਵਿੱਚ ਵਾਵਾ ਬੱਬਾ ਵਿੱਚ ਬਦਲ ਗਿਆ ਹੈ। ਪੰਜਾਬੀ ਭਾਸ਼ਾ ਵਿੱਚ ਵਰਖਾ ਤੇ ਵਿਆਜ ਸਾਨੂੰ ਮਿਲਦਾ ਹੈ। ਇੱਥੇ ਇਹ ਪੂਰਾ ਵਿਅੰਜਨ ਹੈ। ਕਿਤੇ ਕਿਤੇ ਪੂਰਨ ਸਵਰ ਹੋ ਜਾਂਦਾ ਹੈ, ਜਿਵੇਂ ਸੁਆਮੀ ਤੋਂ ਸੁਆਮੀ, ਦੁਆਰਾ ਤੋਂ ਦੁਆਰਾ ਆਦਿ ਵਿੱਚ ਵਾਵਾ ਸਵਰ ਵਿੱਚ ਬਦਲ ਗਿਆ ਹੈ। ਦੋਸਤੋ ਇਹ ਸਨ ਸਵਰਾਂ ਦੀ ਪਰਿਭਾਸ਼ਾ, ਉਹਨਾਂ ਦੀ ਸਥਿਤੀ, ਉਹਨਾਂ ਦੀ ਵਰਤੋਂ ਵਿਉਂਤ। ਉਮੀਦ ਕਰਦੇ ਹਾਂ ਇਹ ਲੈਕਚਰ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਲੈਕਚਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਹਿਤ ਸੰਸਾਰ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ। ਧੰਨਵਾਦ।